ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਗੋਦ ਵਿੱਚ ਬਿਰਾਜਮਾਨ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਸ਼ੁਭ ਸਮੇਂ ਦੇ ਉੱਤੇ ਜਦੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਆਸਰਾ ਲੈ ਕੇ ਇਹ ਜੋ ਆਨੰਦ ਕਾਰਜ ਦੀ ਰਸਮ ਅਦਾ ਕੀਤੀ ਗਈ ਹੈ, ਇਹ ਮਰਿਆਦਾ ਦੇ 4 ਸੰਸਕਾਰਾਂ ਵਿੱਚੋਂ ਦੂਸਰੇ ਸੰਸਕਾਰ ਦੇ ਵਿੱਚ ਇੱਕ ਧਰਮ ਦੇ ਵਿੱਚ ਪ੍ਰਵੇਸ਼ ਕੀਤਾ ਹੈ। ਜਿਵੇਂ ਗਿਆਨੀ ਜੀ ਦੱਸ ਰਹੇ ਸੀ, ਹਰ ਇੱਕ ਦਾ ਵੱਖਰਾ ਵੱਖਰਾ ਹੈ, ਆਪਣੀ ਮਰਿਆਦਾ ਹੈ, ਆਪਣੇ ਨਿਯਮ ਹੈ, ਪਰ ਪੰਚ ਪ੍ਰਕਾਸ਼ ਵਿੱਚ ਛੋਟਾ ਜਿਹਾ ਲਫ਼ਜ਼ ਅੰਕਿਤ ਕੀਤਾ ਹੈ ਕਿ ਇਹ ਸਿੱਖ ਵਿਆਹ ਨਿਕਾਹ ਨਾ ਇਹ ਕਰੇ ਹੈ, ਭੁਗਤ ਆਨੰਦ ਆਨੰਦ ਪੜੇ ਹੈ। ਨਾ ਤਾਂ ਇਹ ਵਿਆਹ ਕਰਦੇ ਹਨ ਤੇ ਨਾ ਹੀ ਇਹ ਨਿਕਾਹ ਕਰਦੇ ਹਨ। ਇਹਨਾਂ ਦੋਨਾਂ ਦੇ ਵਿੱਚ ਫਰਕ ਹੈ। ਵਿਆਹ ਦੇ ਵਿੱਚ ਇੱਕ ਆਸ਼ਰਮ ਤੋਂ ਦੂਸਰੇ ਆਸ਼ਰਮ ਵਿੱਚ ਪ੍ਰਵੇਸ਼ ਹੁੰਦਾ ਹੈ, ਜਿਵੇਂ ਗਿਆਨੀ ਜੀ ਵੀ ਦੱਸ ਰਹੇ ਸੀ, ਤੇ ਨਾ ਹੀ ਨਿਕਾਹ ਦੇ ਮੁਤਾਬਕ ਇਹ ਕੋਈ ਕੰਟਰੈਕਟ ਹੈ। ਇਹ ਤਾਂ ਇੱਕ ਧਰਮ ਹੈ, ਗ੍ਰਸਥ ਧਰਮ ਹੈ, ਧਰਮ ਦੇ ਵਿੱਚ ਪ੍ਰਵੇਸ਼ ਕਰਨਾ ਹੈ। ਔਰ ਜਿਹੜਾ ਧਰਮ ਦਾ ਇਹ ਅੰਗ ਹੈ, ਉਹ ਲਾਮ ਲੈਣੀ, ਉਹ ਪ੍ਰਕਰਮਾ ਕਰਨੀ, ਉਹ ਸਤਿਗੁਰੂ ਦੇ ਦੁਆਲੇ ਘੁੰਮਣਾ। ਆਖਰ ਜੇ ਕੋਈ ਉਪਦੇਸ਼ ਹੈ ਤਾਂ ਉਹ ਖੜੇ ਹੋ ਕੇ ਬੈਠ ਕੇ ਵੀ ਲਿਆ ਜਾ ਸਕਦਾ ਹੈ, ਪਰ ਇਸ ਦੇ ਦੁਆਲੇ ਇੱਕ ਚੱਕਰ ਲਗਾ ਕੇ ਕਰਨਾ, ਇਸ ਦੀ ਕੀ ਮਹੱਤਤਾ ਹੈ, ਮੈਂ ਸਿਰਫ 1 ਮਿੰਟ ਦੇ ਵਿੱਚ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗਾ। ਜਿਹੜੀ ਪਹਿਲਾ ਉਪਦੇਸ਼ ਦਿੱਤਾ ਗਿਆ, ਦਰਅਸਲ ਬਾਣੀ ਇੱਕ ਪਲ ਪਲ ਦੇ ਉੱਤੇ ਇੱਕ ਸੁਨੇਹਾ ਦੇ ਰਹੀ ਹੈ, ਹਰ ਜੀਵ ਰੂਪ ਇਸਤਰੀ ਨੂੰ ਸੁਨੇਹਾ ਦੇ ਰਹੀ ਹੈ ਕਿ ਜੇ ਤੂੰ ਉਸ ਪਰਮਾਤਮਾ ਦੇ ਨਾਲ ਪ੍ਰਣਾਏ ਜਾਣਾ ਹੈ, ਜੇ ਉਸ ਦੇ ਨਾਲ ਤੇਰਾ ਜੋੜ ਹੋਣਾ ਹੈ, ਤਾਂ ਉਸ ਦੇ ਲਈ ਸ਼ਰਤ ਹੈ, ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ। ਇਹ ਜੋ ਪਾਪ ਤਜਾਇਆ ਵਾਲੀ ਗੱਲ ਹੈ, ਇਸ ਨੂੰ ਥੋੜਾ ਜਿਹਾ ਅਗਰ ਅਸੀਂ ਦੇਖੀਏ ਕਿ ਜੇਕਰ ਧਰਮ ਨੂੰ ਦ੍ਰਿੜ ਕਰਨਾ ਹੈ, ਧਰਮ ਦ੍ਰਿੜ ਕਰਨਾ ਹੈ, ਪਰ ਧਰਮ ਦ੍ਰਿੜ ਕਰਨ ਲਈ ਪਾਪ ਨੂੰ ਛੱਡਣਾ ਪੈਣਾ ਹੈ। ਦਰਅਸਲ ਪਾਪ ਹੈ ਕੀ ਚੀਜ਼? ਕਿਸੇ ਦਾ ਕਤਲ ਕਰ ਦੇਣਾ, ਕਿਸੇ ਨੂੰ ਲੁੱਟ ਲੈਣਾ, ਕਿਸੇ ਦੀ ਇੱਜ਼ਤ ਲੁੱਟ ਲੈਣੀ, ਕਿਸੇ ਦਾ ਘਰ ਸਾੜ ਦੇਣਾ, ਕਿਸੇ ਨੂੰ ਜ਼ਖਮੀ ਕਰ ਦੇਣਾ, ਇਹ ਅਪਰਾਧ ਹੈ, ਇਹ ਕ੍ਰਾਈਮ ਹੈ। ਇਸ ਕ੍ਰਾਈਮ ਨੂੰ, ਇਸ ਅਪਰਾਧ ਨੂੰ ਸਟੇਟ ਕੰਟਰੋਲ ਕਰ ਸਕਦੀ ਹੈ, ਕਾਨੂੰਨ ਇਸ ਨੂੰ ਰੋਕ ਸਕਦਾ ਹੈ, ਪਰ ਇਹ ਅਪਰਾਧ ਕਰਨ ਤੋਂ ਇੱਕ ਪਹਿਲੀ ਅਵਸਥਾ ਬਣਦੀ ਹੈ ਜਦੋਂ ਇਹੀ ਗੱਲਾਂ ਇਨਸਾਨ ਮਨ ਦੇ ਵਿੱਚ ਕਰਦਾ ਹੈ। ਮਨ ਦੇ ਵਿੱਚ ਕਿਸੇ ਦੀ ਇੱਜ਼ਤ ਲੁੱਟਣੀ, ਮਨ ਦੇ ਵਿੱਚ ਕਿਸੇ ਕੋਲੋਂ ਕੁਝ ਖੋਹ ਲੈਣਾ, ਮਨ ਦੇ ਵਿੱਚ ਕਿਸੇ ਦਾ ਘਰ ਸਾੜ ਦੇਣਾ, ਇਹ ਅਪਰਾਧ ਨਹੀਂ ਹੈ, ਇਹ ਪਾਪ ਹੈ। ਸਟੇਟ, ਸਮਾਜ ਇਸ ਪਾਪ ਨੂੰ ਬੁਰਾ ਨਹੀਂ ਸਮਝਦਾ, ਬਲਕਿ ਜੇਕਰ ਕਹਿਣ ਦਿੱਤਾ ਜਾਏ ਮਹਾਰਾਜ ਦੀ ਹਜ਼ੂਰੀ ਦੇ ਵਿੱਚ, ਬਲਕਿ ਜੋ ਮੀਡੀਆ ਹੈ, ਜੋ ਸਟੇਟ ਹੈ, ਉਹ ਇਸ ਪਾਪ ਨੂੰ ਵਧਾਉਣ ਦੇ ਵਿੱਚ ਹੋਰ ਸਹਾਈ ਹੁੰਦਾ ਹੈ ਕਿ ਫਰਕ ਕੀ ਪੈਂਦਾ ਹੈ, ਅਸੀਂ ਤਾਂ ਵੇਖ ਹੀ ਰਹੇ ਹਾਂ, ਅਸੀਂ ਕੁਝ ਕਰ ਤਾਂ ਨਹੀਂ ਰਹੇ। ਪਰ ਨਹੀਂ, ਇਹ ਪਾਪ ਹੈ, ਜਿਹੜੀ ਪਹਿਲੀ ਸਟੇਜ ਹੈ, ਜਿਹੜੀ ਅਗਰ ਅਸੀਂ ਕ੍ਰਾਈਮਲੈਸ ਸੁਸਾਇਟੀ ਬਣਾਣੀ ਹੈ, ਅਪਰਾਧ ਰਹਿਤ ਹੋਣਾ ਹੈ, ਇਸ ਸਰੀਰ ਨੂੰ, ਇਸ ਵਿਅਕਤੀ ਨੂੰ ਪਾਪ ਰਹਿਤ ਹੋਣਾ ਪਏਗਾ। ਸੋ ਹਜ਼ੂਰ ਨੇ ਪਹਿਲਾ ਉਪਦੇਸ਼ ਦਿੱਤਾ ਹੈ, ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ। ਜੇਕਰ ਪਾਪ ਨਹੀਂ ਤਜਿਆ ਜਾਏਗਾ, ਜੇ ਮਨ ਦੇ ਵਿੱਚ ਉਹਨਾਂ ਖਿਆਲਾਂ ਨੂੰ ਨਹੀਂ ਰੋਕਿਆ ਜਾਏਗਾ, ਨਹੀਂ ਹੋੜਿਆ ਜਾਏਗਾ, ਪਾਪ ਨਹੀਂ ਰੁਕੇਗਾ, ਅਪਰਾਧ ਨਹੀਂ ਰੁਕੇਗਾ, ਉਹ ਸੁਮੇਲ ਨਹੀਂ ਹੋ ਸਕਦਾ। ਦੂਸਰਾ ਬਹੁਤ ਛੋਟਾ ਜਿਹਾ ਨੁਕਤਾ, ਸਤਿਗੁਰ ਸੱਚੇ ਪਾਤਸ਼ਾਹ ਦੇ ਦੁਆਲੇ ਅਸੀਂ ਪ੍ਰਕਰਮਾ ਕਿਉਂ ਕਰਦੇ ਹਾਂ? ਬਾਣੀ ਸੁਣਨੀ ਹੈ, ਕਈ ਦਫਾ ਸਾਡੇ ਵਿੱਚੋਂ ਵੀ ਹੁਜਤ ਹੋ ਜਾਂਦੀ ਹੈ ਕਿ ਅਸੀਂ ਬਹਿ ਕੇ ਸੁਣ ਲਾਂਗੇ, ਸਾਨੂੰ ਇਹਦੇ ਦੁਆਲੇ ਘੁੰਮਣ ਦੀ ਕੀ ਲੋੜ ਹੈ? ਤੁਸੀਂ ਜ਼ਰਾ ਇੱਕ ਛੋਟਾ ਜਿਹਾ ਦੇਖੋ, ਕੁਦਰਤ ਦਾ ਨਿਯਮ ਹੈ, ਚੰਦਰਮਾ ਧਰਤੀ ਦੇ ਦੁਆਲੇ ਚੱਕਰ ਲਾ ਰਿਹਾ ਹੈ, ਧਰਤੀ ਸੂਰਜ ਦੇ ਦੁਆਲੇ ਲਾ ਰਹੀ ਹੈ, ਇਹ ਜਿੰਨੇ ਵੀ ਗ੍ਰਹਿ ਹਨ ਇੱਕ ਦੂਜੇ ਦੇ ਦੁਆਲੇ ਘੁੰਮ ਰਹੇ ਹਨ।
कोई चीज इस संसार दे विच सिवाय अकाल पुरख दे स्थिर नहीं है। हर कोई जिहड़ा है वो चलाएमान है, सिर्फ एक अकाल पुरख जो है। इस दे दूसरे पासे एक छोटा जिहा नुक्ता है, किसी भी पदार्थ का सब तो छोटा पार्टिकल जिहड़ा हुंदा है उसनूं एटम कहा जाता है। सब तो छोटा जिहड़ा पदार्थ है वो एटम है, और वो एटम सॉलिड नहीं है। उस दे विच न्यूट्रॉन है, प्रोटॉन है, और उस दे विच उहदे चारे दुआले उहदे इलैक्ट्रॉन उहदे बड़ी स्पीड विच घूम रहे हैं, बड़ी तेजी नाल घूम रहे हैं, जिहड़ा कि वो एटम नजर नहीं आंदा, दिसदा भी नहीं है। और एटॉमिक बम की है, एक्सप्लोजन की है, बर्बादी की है। जदों उस दे घुमण दे विच, जदों उस दे विच रुकावट पाई जाती है, फ्यूजन किया जाता है, जदों उसकी परिक्रमा नूं रोक दिता जाता है, उस वेले एक्सप्लोड कर जाता है, तबाही है, बर्बादी है। जदों सिख ने गुरु ग्रंथ साहब के दुआले लावां लैणियां हन, ये अहद है, निर्णय है कि मेरा न्यूक्लियस तू है, मेरा केंद्र तू है, मेरा तुरा तू है। जिन्नी देर तक मैं तेरे दुआले घूमता रहांगा, मैं कायम रहांगा, मेरी हस्ती कायम रहेगी। जिस दिन इस घूमण दे विच इस दे दुआले तो किधरे होर जाके अगर इस दुआले तो भटकण दी जिसले होएगी, फिर पूरी बर्बादी है, फिर पूरी तबाही है, उसके बाद फिर कुछ भी बाकी नहीं बचता। सो ये छोटे छोटे दो नुकते हैं, और इसना इन्हां जिहड़ा चार लावां दा पाठ है, जिवें ज्ञानी जी ने भी दसिया, सानू इसनूं समझण दी ये चार स्टेजेस हैं। प्रवृत्ति कर्म होण दी, निरभौ भय पैदा करन दी। निरभौ भय है, ये डर नहीं है। डर सानू सब कोलों बड़ा लगता है, संडे कोलों लगता है, होर चीज़ां कोलों लगता है, पर जिहड़ा निर्मल भय है, एक पति पत्नी का निर्मल भय प्राप्त होना जिहड़ा है। और इस दे नाल ही तीसरी लाम का जिहड़ा सह केंद्री भाव है कि मन दे विच बैराग उपजना, हुंदियां होया सब कुछ उन्हां चीज़ां तो उपराम हो जाना। और चौथी चीज है सहज दे विच आके वो सब कुछ प्राप्त होएगा। पर ये सारा कुछ असी अपने आप नहीं कर सकते, अपनी चतुराई नाल नहीं कर सकते। हर जीव रूप स्त्री गुरु अगे अरदास करती है, बाबा ऐ मेरे पिता। गुरु साडा पति नहीं है, पिता है। मिलाप अकाल पुरख नाल होना है, पर इस पिता दे राही होना है। बाबा मैं वर दे, मैं हर वर भावे बलराम जियो। ऐ मेरे गुरु पिता, मैनू इस बच्ची नूं असीस दे कि मैं हरिवर नूं पा जावां। इस केंद्री भाव नूं असीं रख के, गुरु ग्रंथ साहिब नूं केंद्र विच रख के जिन्नी देर तक साडे जीवन दा सफर है वो सफर है, नहीं तां फिर बर्बादी है। होइयां भुल्लां चुकां दी खिमा। वाहिगुरू जी का खालसा, वाहिगुरू जी की